ਦਾ ਜਿਹੜਾ ਦਿਲ ਸੀ ਉਹ ਆਪਣੇ ਵੱਡੇ ਪੁੱਤਰ ਨੂੰ ਲੈ ਕੇ ਸੀ ਕਿ ਉਹ ਗੱਦੀ ਤੇ ਬੈਠੇਗਾ ਦਾਰਾ ਸ਼ੁਕੋ। ਦੂਸਰੇ ਪੁੱਤਰ ਨੂੰ ਫਿਰ ਉਹਨੇ ਬੰਗਾਲ ਦਾ ਜਿਹੜਾ ਰਾਜ ਸੀ ਉਹ ਦੇ ਦਿੱਤਾ। ਪੁੱਤਰ ਤੀਸਰੋ ਤੋ ਨਰੰਗਾ ਤਿਨ ਕੋ ਦੀਨਸ ਦੱਖਣ ਦੇਸ਼। ਤੀਸਰੇ ਪੁੱਤਰ ਦਾ ਨਾਮ ਔਰੰਗਾ, ਬਾਅਦ ਵਿੱਚ ਔਰੰਗਜ਼ੇਬ ਨੇ ਆਪਣੇ ਆਪ ਹੀ ਰੱਖਿਆ ਤੇ ਇਹਨੂੰ ਦੱਖਣ ਦਾ ਦੇਸ਼ ਸ਼ਾਹਜਹਾਂ ਨੇ ਦੇ ਦਿੱਤਾ, ਜਿੱਥੇ ਪਹੁੰਚ ਕੇ ਉਹ ਇਲਾਕੇ ਦਾ ਹਾਕਮ ਬਣ ਗਿਆ। ਚਤਰਤ ਸ਼ਾਹਜਹਾਂ ਕੋ ਟੋਟਾ ਨਾਮ ਮੁਰਾਦ ਬਖਸ਼ ਸੋ ਛੋਟਾ। ਸ਼ਾਹਜਹਾਂ ਦੇ ਚੌਥੇ ਪੁੱਤਰ ਦਾ ਨਾਮ ਮੁਰਾਦ ਬਖਸ਼ ਸੀ, ਜਿਹੜਾ ਸਭ ਤੋਂ ਛੋਟਾ ਸੀ। ਦਿਓ ਦੇਸ਼ ਇਸ ਕੋ ਗੁਜਰਾਤ ਕੀਨ ਸਰਾਜ ਤਹਾਂ ਵਿਖਿਆਤ। ਇਹਨੂੰ ਫਿਰ ਗੁਜਰਾਤ ਦਾ ਦੇਸ਼ ਦੇ ਦਿੱਤਾ। ਉੱਥੇ ਪ੍ਰਗਟ ਰੂਪ ਦੇ ਵਿੱਚ ਹਕੂਮਤ ਕਰਦਾ ਸੀ। ਆਪਣੇ ਆਪਣੇ ਜਾਏ ਟਿਕਾਨੇ ਕਰੇ ਭੋਗ ਜੈਸੇ ਮਨ ਭਾਨੇ। ਫਿਰ ਸਾਰੇ ਆਪਣੇ ਆਪਣੇ ਟਿਕਾਣਿਆਂ ਤੇ ਰਹਿਣ ਲੱਗੇ ਨੇ, ਕਿਉਂਕਿ ਦਾਰਾ ਸ਼ੁਕੋ ਜਿਹੜਾ ਸੀ ਤੇ ਉਹਨੂੰ ਚਾਹੁੰਦਾ ਸੀ ਕਿ ਮੈਂ ਤਖਤ ਤੇ ਬਿਠਾ ਦੇਵਾਂ, ਯੁਵਰਾਜ ਬਣਾ ਦੇਵਾਂ। ਦੂਸਰੇ ਪੁੱਤਰ ਨੂੰ ਫਿਰ ਬੰਗਾਲ ਸੁਜਾ ਮੁਹੰਮਦ ਨੂੰ ਉੱਥੇ ਭੇਜ ਦਿੱਤਾ। ਔਰੰਗਜ਼ੇਬ ਨੂੰ ਖੋਟੀ ਬੁੱਧੀ ਵਾਲਾ ਜਾਣ ਕੇ ਤੇ ਬੰਗਾਲ ਵਾਲਾ ਇਲਾਕਾ ਜਿਹੜਾ ਸੀ, ਦੱਖਣ ਵਾਲਾ ਇਲਾਕਾ ਜਿਹੜਾ ਸੀ, ਉੱਥੇ ਭੇਜ ਦਿੱਤਾ। ਸ਼ਾਹਜਹਾਂ ਨੇ ਫਿਰ ਮੁਰਾਦ ਬਖਸ਼ ਨੂੰ ਗੁਜਰਾਤ ਦਾ ਦੇਸ਼ ਦੇ ਦਿੱਤਾ। ਫਿਰ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਗਏ ਨੇ। ਕਈ ਸਾਲ ਫਿਰ ਇਵੇਂ ਬਤੀਤ ਹੋ ਗਏ ਨੇ। ਤਖਤ ਬੈਠਵੇ ਸਰਬ ਲੁਭਾਵੈ ਨਿਜ ਸਥਾਨ ਥਿਤ ਦਾਵਤ ਕਾਵੈ। ਫਿਰ ਸ਼ਾਹਜਹਾਂ ਦੇ ਸਾਰੇ ਪੁੱਤਰਾਂ ਦੇ ਦਿਲ ਵਿੱਚ ਨਾ ਇਹ ਗੱਲ ਆ ਗਈ ਕਿ ਅਸੀਂ ਤਖਤ ਤੇ ਬੈਠੀਏ, ਲਾਲਚ ਪੈਦਾ ਹੋ ਗਿਆ। ਜਾਂ ਤੇ ਫਿਕਰ ਕਰਤ ਰਹਿ ਭਾਰੀ ਸੰਚੇ ਦਰਬ ਚਮੂ ਕਰ ਤਿਆਰੀ। ਇਸ ਕਰਕੇ ਫਿਰ ਭਾਰੀ ਫਿਕਰ ਕਰਦੇ ਰਹਿੰਦੇ ਸੀ। ਧਨ ਤੇ ਫੌਜ ਇਹਨਾਂ ਨੇ ਇਕੱਠੀ ਕੀਤੀ ਆ, ਆਪਣੀ ਆਪਣੀ ਫੌਜ ਤਿਆਰੀ ਕੀਤੀ ਹੈ। ਨਿਜ ਨਿਜ ਦੇਸ ਅਵਾਸਨ ਵਾਸੇ ਮਨ ਭਾਵਤ ਸਭ ਕਰਤ ਵਿਲਾਸੇ। ਫਿਰ ਸਾਰੇ ਆਪਣੇ ਆਪਣੇ ਦੇਸ਼ਾਂ ਮਹਿਲਾਂ 'ਚ ਜਾ ਕੇ ਵਸਦੇ ਸੀ। ਮਾਣਾਈਆਂ ਗੱਲਾਂ ਜਿਹੜੀਆਂ ਸੀ ਕਰਦੇ ਸਨ। ਸ਼ਾਹਜਹਾਂ ਰਹਿ ਦਿੱਲੀ ਮਾਹੇ ਦਾਰ ਸ਼ੁਕੋ ਰੱਖਿਓ ਸੁਤ ਪਾਹੇ। ਸ਼ਾਹਜਹਾਂ ਜਿਹੜਾ ਸੀ ਦਿੱਲੀ ਦੇ ਵਿੱਚ ਹੀ ਵਸਦਾ ਸੀ, ਪਰ ਉਹਨੇ ਆਪਣੇ ਵੱਡੇ ਪੁੱਤਰ ਜੋ ਬਹੁਤ ਜ਼ਿਆਦਾ ਵਿਦਵਾਨ ਸੀ, ਰਮਾਇਣ ਮਹਾਭਾਰਤ ਯੋਗ ਵਿਸ਼ਿਸ਼ਟ ਉਪਨਿਸ਼ਦ ਇਹਨਾਂ ਸਾਰਿਆਂ ਦਾ ਅਨੁਵਾਦ ਫਾਰਸੀ 'ਚ ਕਰਨ ਵਾਲਾ ਦਾਰਾ ਸ਼ੁਕੋ, ਉਹਨੂੰ ਆਪਣੇ ਕੋਲ ਹੀ ਰੱਖਿਆ ਹੋਇਆ ਸੀ। ਉਸਨੇ ਯੋਗ ਜਾਣ ਕੇ ਚਿਰੰਕਾਲ ਜਬ ਬੀਤ ਗਇਓ ਹੈ ਸ਼ਾਹਜਹਾਂ ਤਨ ਰੋਗ ਭਇਓ ਹੈ। ਫਿਰ ਕਾਫੀ ਸਮਾਂ ਬੀਤ ਗਿਆ, ਸ਼ਾਹਜਹਾਂ ਸਰੀਰ ਕਰਕੇ ਰੋਗੀ ਹੋ ਗਿਆ। ਦਿਨ ਪ੍ਰਤ ਪ੍ਰਬਲ ਬਧੀਵੀ ਮਾਰੀ ਜੋ ਕਿਸਹੂ ਤੇ ਜਾਏ ਨਾ ਟਾਰੀ। ਦਿਨ ਪ੍ਰਤੀ ਦਿਨ ਇਹ ਜਿਹੜੀ ਬਿਮਾਰੀ ਸੀ ਨਾ, ਬੜੀ ਵੱਧਦੀ ਜਾਂਦੀ ਸੀ, ਟਾਲੀ ਨਹੀਂ ਸੀ ਜਾਂਦੀ ਕਿਸੇ ਹਕੀਮ ਤੋਂ ਵੀ। ਸ਼ਾਹੀ ਹਕੀਮਾਂ ਨੇ ਬੜਾ ਇਲਾਜ ਕੀਤਾ, ਪਰ ਲੱਭ ਨਹੀਂ ਸੀ ਰਿਹਾ ਇਲਾਜ। ਸੂਬੇ ਅਰ ਉਮਰਾਓ ਵਡੇਰੇ ਰੋਕੇ ਸ਼ਕਲ ਹੋਤ ਨੈਣੇਰੇ। ਸੂਬਿਆਂ ਤੇ ਸਾਰੇ ਉਮਰਾਵਾਂ ਨੂੰ ਫਿਰ ਮਿਲਣਾ ਬੰਦ ਕਰ ਦਿੱਤਾ। ਹੁਣ ਸ਼ਾਹਜਹਾਂ ਦੇ ਪਾਸ ਕੋਈ ਵੀ ਨਹੀਂ ਸੀ ਜਾਂਦਾ। ਜੇ ਸਮੀਪ ਨਿਤ ਆਵਤ ਜਾਤ ਸਭ ਕੋ ਵਰਜਿਓ ਰਹਿਤੇ ਇਕਾਂਤ। ਜਿਹੜੇ ਨੇੜੇ ਸਨ ਬਸ ਉਹੀ ਆਉਂਦੇ ਜਾਂਦੇ ਸੀ, ਪਰ ਬਾਕੀਆਂ ਨੂੰ ਸਾਰਿਆਂ ਨੂੰ ਫਿਰ ਵਰਜ ਕੇ ਸ਼ਾਹਜਹਾਂ ਹੁਣ ਇਕਾਂਤ ਵਿੱਚ ਰਹਿੰਦਾ ਹੁੰਦਾ ਸੀ। ਵਿਆਕੁਲ ਕੀਨ ਸਰੋਗ ਮਹਾਨੇ ਕਛੂ ਨ ਆਸ਼ੋ ਮਨ ਮੈਂ ਮਾਨੇ। ਫਿਰ ਰੋਗ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਜਦੋਂ ਸ਼ਾਹਜਹਾਂ ਨੂੰ। ਹੁਣ ਮਨ ਵਿੱਚ ਉਹਨੂੰ ਕੁਝ ਵੀ ਨਹੀਂ ਸੀ ਚੰਗਾ ਲੱਗਦਾ। ਇੱਕ ਵੱਡਾ ਪੁੱਤਰ ਹੀ ਕੋਲ ਰਹਿੰਦਾ ਸੀ, ਜਾਂ ਹਕੀਮ ਆ ਜਾਂਦੇ ਬਹੁਤ ਦਵਾਈਆਂ ਦਿੰਦੇ ਸੀ।
वहर बात पसरी बपरीत, शाहु जयान में संसै चीत। फिर दुनिया के लोगों च एक गल फैल गई कि बादशाह नहीं हुण बचेगा, शाहजहां मर जाएगा, थोड़ी ही जिंदगी उहदी बची है। कटे दिवस देखियो न काही, जानते लखीयत जीवत नाही। कईयां दिनां तो कहंदे देखिया नहीं आ, इस करके ਉਹ ਜਾਪਦਾ ਵੀ ਹੁਣ ਦੀ ਜ਼ਿੰਦਗੀ ਬੜੀ ਥੋੜੀ ਆ, ਹੁਣ ਨਹੀਂ ਉਹ ਬਚੇਗਾ। ਕਰਿਓ ਸੁਪਾਵਨ ਪੁੱਤਰ ਵਡੇਰੇ, ਬੰਦੋਬਸਤ ਕਰਕੇ ਸਭ ਘੇਰੇ। ਕਹਿੰਦੇ ਉਹਦੇ ਵੱਡੇ ਪੁੱਤਰ ਦਾਰਾ ਨੇ, ਦਾਰਾ ਸ਼ੁਕੋ ਨੇ ਗੱਲ ਛੁਪਾ ਕੇ ਰੱਖੀ ਆ, ਉਹ ਸਭ ਪ੍ਰਕਾਰ ਦੇ ਬੰਦੋਬਸਤ ਕਰ ਰਿਹਾ ਹੈ। ਕਰਤ ਦਲੀਲ ਅਨੇਕ ਪ੍ਰਕਾਰ, ਲੋਕਨ ਵਿਖੇ ਰੌਰ ਪ੍ਰਸਤਾਰਾ। ਅਨੇਕਾਂ ਪ੍ਰਕਾਰ ਦੀਆਂ ਐਵੇਂ ਦੀਆਂ ਦਲੀਲਾਂ ਦਿੰਦੇ ਨੇ, ਲੋਕਾਂ ਵਿੱਚ ਰੌਲਾ ਪੈ ਗਿਆ ਕਿ ਸ਼ਾਹਜਹਾਂ ਹੁਣ ਨਹੀਂ ਬਚੇਗਾ। ਦੇਸ਼ ਦੇਸ਼ ਮੈਂ ਸੁਧ ਬਿਸਤਰੀ, ਮਰਿਓ ਸ਼ਾਹ ਪਰਤੂਸ਼ਨ ਕਰੀ। ਦੇਸ਼ ਦੇਸ਼ ਵਿੱਚ ਖਬਰ ਜਿਹੜੀ ਆ ਨਾ ਫੈਲ ਗਈ ਆ ਕਿ ਬਾਦਸ਼ਾਹ ਤਾਂ ਹੁਣ ਮਰ ਗਿਆ ਹੈ। ਤਾਂ ਹੀ ਇੰਨਾ ਚਰਦਾ ਦਿਖਿਆ ਨਹੀਂ, ਬਾਹਰ ਨਹੀਂ ਆਇਆ। ਸੁਣ ਕਰ ਚੋਰ ਧਾਰ ਵੀ ਬਲੀ, ਲੂਟਣ ਲੱਗੇ ਦੇਸ਼ ਬਿਦ ਬਲੀ। ਇਹ ਸੁਣ ਕੇ ਜਿਹੜੇ ਬਲਵਾਨ ਚੋਰ ਸੀ, ਧਾੜਵੀ ਸੀ, ਲੁਟੇਰੇ ਸੀ, ਉਹਨਾਂ ਨੇ ਦੇਸ਼ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਨਿਵਲਨ ਬਲਵਾਨ ਵਡੇਰੇ, ਹਤੇ ਪ੍ਰਾਨ ਸੇ ਦਰਗ ਕਨੇਰੇ। ਮਚਿਓ ਫਤੂਰ ਦੂਰ ਅਰ ਨੇਰੇ, ਨਾਸ਼ ਹੋਣ ਲਗ ਦੇਸ਼ ਚੁਫੇਰੇ। ਇਵੇਂ ਬਲਹੀਨਾਂ ਨੂੰ ਵੱਡੇ ਬਲਵਾਨ ਮਾਰ ਕੇ ਧਨ ਖੋਹਣ ਲੱਗੇ। ਦੂਰ ਤੇ ਨੇੜੇ ਸਾਰੇ ਪਾਸੇ ਫਤੂਰ ਜਿਹਾ ਮਚ ਗਿਆ। ਚਾਰੇ ਚਫੇਰੇ ਜਿਹੜਾ ਸੀ, ਦੇਸ਼ ਜਿਹੜਾ ਸੀ, ਉਹਦਾ ਘਾਣ ਹੋਣ ਲੱਗ ਗਿਆ। ਦਾਰਸ਼ ਕੋ ਤਬੈ ਮਜਾਨਾ, ਕਬਜ਼ਾ ਕਰਨ ਆਪਨੋ ਠਾਨਾ। ਦਾਰਾ ਸ਼ੁਕੋ ਨੇ ਫਿਰ ਜਦੋਂ ਇਵੇਂ ਜਾਣਿਆ ਨਾ, ਤਾਂ ਉਹਨੇ ਸੋਚਿਆ ਕਿ ਹੁਣ ਮੈਨੂੰ ਆਪਣਾ ਕਬਜ਼ਾ ਜਮਾਉਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਬਾਹਰੋਂ ਆ ਕੇ ਕੋਈ ਪਿਤਾ ਜੀ ਦਾ ਸਿੰਘਾਸਣ ਹੀ ਖੋਹ ਲਵੇ, ਰਾਜ ਖੁੱਸ ਜਾਵੇ। ਜੋ ਖਤ ਪੁੱਤਰ ਵਹਿਰ ਕੇ ਆਵੇ, ਆਪ ਸੋ ਲੈ ਪੇ ਲਗਿਓ ਪੜਾਵੇ। ਜਿਹੜੇ ਵੀ ਚਿੱਠੀ ਜਾਂ ਪੱਤਰ ਬਾਹਰ ਤੋਂ ਆਉਂਦਾ ਸੀ, ਫਿਰ ਉਹਨੂੰ ਆਪ ਲੈ ਕੇ ਪੜਵਾਉਂਦਾ ਸੀ ਦਾਰਾ ਸ਼ੁਕੋ। ਸੁਮਝੇ ਸੁਨੇ ਹੁਕਮ ਕੋ ਦੇਤ, ਕਿਸਹੂੰ ਗਹਿ ਕੈਦ ਕਰ ਲੇਤ। ਸੋਚ ਸਮਝ ਕੇ ਹੁਕਮ ਦਿੰਦਾ ਸੀ। ਕਿਸੇ ਨੂੰ ਜਿਹਦੇ ਤੇ ਸ਼ੱਕ ਹੋਣੀ ਤੇ ਉਹਨੂੰ ਫੜ ਕੇ ਕੈਦ ਵੀ ਕਰ ਲੈਂਦਾ ਸੀ। ਕੇਤਕ ਕੋ ਕਰ ਤੋ ਬਖਸ਼ੀਸ਼, ਆਏ ਵਕੀਲ ਨਿਭਾਵੇ ਸੀਸ। ਕਈਆਂ ਨੂੰ ਬਖਸ਼ੀਸ਼ਾਂ ਵੀ ਦਿੰਦਾ ਸੀ, ਵਕੀਲ ਆ ਕੇ ਫਿਰ ਸਿਰ ਨਿਭਾਉਂਦੇ ਸੀ ਦਾਰਾ ਸ਼ੁਕੋ ਦੇ ਅੱਗੇ। ਕਾਰ ਗੁਜ਼ਾਰ ਹੋਤ ਪਾਸ ਹੋਈ, ਤਿਸੇ ਸਲਾਮ ਸਭਨ ਕੋ ਹੋਈ। ਆਪੇ ਹੀ ਫਿਰ ਹੌਲੀ ਹੌਲੀ ਦਾਰਾ ਸ਼ੁਕੋ ਸਾਰੇ ਰਾਜ ਨੂੰ ਸੰਭਾਲਣ ਵਾਲਾ ਹੋ ਗਿਆ। ਸਾਰੇ ਫਿਰ ਜਿਵੇਂ ਸ਼ਾਹਜਹਾਂ ਨੂੰ ਸਲਾਮ ਕਰਦੇ ਸੀ, ਉਵੇਂ ਉਹਦੇ ਪੁੱਤਰ ਨੂੰ ਕਰਨ ਲੱਗੇ। ਸ਼ਾਹਜਹਾਂ ਕੇ ਬਿਨਾ ਬਿਲੋਕੇ, ਨਿਕਟ ਜਾਨ ਕੋ ਜਬ ਕੇ ਰੋਕੇ। ਸ਼ਾਹਜਹਾਂ ਨੂੰ ਵੇਖਣ ਅਤੇ ਨੇੜੇ ਜਾਣ ਤੋਂ ਸਭ ਨੂੰ ਰੋਕਿਆ ਗਿਆ। ਨਹੀਂ ਯਕੀਨ ਲੋਕੇ ਉਰ ਲਹਿ, ਸ਼ਾਹਜਹਾਂ ਜੀਵਤ ਅਬ ਹੈ। ਪਰ ਲੋਕਾਂ ਨੂੰ ਹਿਰਦੇ ਵਿੱਚ ਯਕੀਨ ਨਹੀਂ ਆਉਂਦਾ। ਅਜੇ ਵੀ ਕਵੀ ਜੀ ਕਹਿੰਦੇ ਕਿ ਸ਼ਾਹਜਹਾਂ ਜਿਉਂਦਾ ਹੈ ਕਿ ਨਹੀਂ। ਉਹਨਾਂ ਦੇ ਮਨ ਵਿੱਚ ਸ਼ੰਕੇ ਨੇ ਅਜੇ ਵੀ। ਜਿੰਦਾ ਹੀ ਮੁਰਦਾ ਪਇਓ ਜਾਣੈ, ਕਰ ਅੰਤਰ ਹੈ ਕਹੀ ਨ ਮਾਨੈ। ਉਹ ਜਾਣਦੇ ਸਨ ਕਿ ਉਹ ਜਿਉਂਦਾ ਹੀ ਮੁਰਦਾ ਹੋ ਗਿਆ ਹੈ, ਘਰ ਅੰਦਰ ਹੈ, ਕੋਈ ਵੀ ਕਹੇ ਨੂੰ ਨਹੀਂ ਮੰਨਦਾ ਸੀ। ਪਰ ਜਾਂਤੇ ਭਰਿਓ ਦੇਸ਼ ਮੈਂ ਰੌਰਾ, ਸੂਬੇ ਸਭ ਆਕੀ ਨਿਜ ਠੌਰਾ। ਇਸ ਕਰਕੇ ਸਾਰੇ ਦੇਸ਼ ਵਿੱਚ ਰੌਲਾ ਪੈ ਗਿਆ। ਸਾਰੇ ਸੂਬੇ ਆਪਣੀ ਆਪਣੀ ਜਗ੍ਹਾ ਤੇ ਆਕੀ ਹੋ ਗਏ। ਫਿਰ ਸ਼ੀਨ ਸ਼ੀਨ ਤਨ ਤੁਝਨੀ ਰਾਖੀ,
करे जंग एम्पे अबलाखी। धन खो खो के उन्होंने सेना रख ली आ। कहते सी हुण जंग करांगे, शाहजहां वाला तख्त असी लवांगे। इवें उन्हां दे चित्त दी अभिलाषा सी। हुण पंथ चलन ते नर हट रहे, लेत कसोट फिरत जे लहे। लोग ਜਿਹੜੇ ਸੀ ਰਾਹਾਂ ਚੱਲਣ ਤੋਂ ਹਟ ਗਏ ਨੇ, ਜਿਹੜੇ ਫਿਰਦੇ ਵੇਖਦੇ ਸਨ ਉਹਨਾਂ ਨੂੰ ਲੁੱਟ ਲੈਂਦੇ ਸਨ। ਇੱਦਾਂ ਦਾ ਕੁਝ ਮਾਹੌਲ ਹੋ ਗਿਆ। ਇਸ ਪ੍ਰਕਾਰ ਜਬ ਪਾਏ ਅੰਧਕਾਰਾ, ਕੋ ਨੈ ਸੁਨਹਿ ਕਿਨਹੂ ਪੁਕਾਰਾ। ਇਸ ਪ੍ਰਕਾਰ ਅੰਧਕਾਰ ਹੀ ਅੰਧਕਾਰ, ਕਵੀ ਜੀ ਕਹਿੰਦੇ, ਫੈਲ ਗਿਆ। ਕੋਈ ਨਹੀਂ ਸੀ ਸੁਣਦਾ ਕਿ ਕੌਣ ਪੁਕਾਰ ਕਰਦਾ ਹੈ। ਸਭ ਦੇਸ਼ਨ ਮੈਂ ਗਇਓ ਪ੍ਰਸੰਗ, ਸੁਨਤ ਸਜਾਦੇ ਭਏ ਨਿਸ਼ੰਗ। ਸਾਰੇ ਦੇਸ਼ਾਂ ਵਿੱਚ ਜਦੋਂ ਖਬਰ ਪਹੁੰਚ ਗਈ ਆ, ਤੇ ਇਹ ਖਬਰ ਫਿਰ ਔਰੰਗਜ਼ੇਬ ਜੀ ਦਾ ਪਹਿਲਾ ਨਾਮ ਨਰੰਗਾ ਸੀ, ਉਹਦੇ ਕੋਲ ਵੀ ਪਹੁੰਚੀ। ਉਹ ਵੀ ਆਤੀ ਹੋ ਗਿਆ। ਮੁਰਾਦ ਬਖਸ਼ ਕੋਲ ਵੀ ਪਹੁੰਚੀ ਆ ਖਬਰ। ਸਾਰਿਆਂ ਕੋਲ ਫਿਰ ਹੌਲੀ ਹੌਲੀ ਸੁਜਾ ਮੁਹੰਮਦ ਕੋਲ ਵੀ ਪਹੁੰਚੀ ਆ। ਸਾਰੇ ਆਕੀ ਹੋ ਗਏ ਨੇ। ਉਤੋਂ ਮੁਰਾਦ ਬਖਸ਼ ਜੋ ਤਾਤ, ਤਿਸ ਕਾਇਮ ਕੀਨਤ ਗੁਜਰਾਤ। ਜਿਹੜਾ ਮੁਰਾਦ ਬਖਸ਼ ਸਭ ਤੋਂ ਛੋਟਾ ਪੁੱਤਰ ਸੀ ਸ਼ਾਹਜਹਾਂ ਦਾ, ਉਹਨੇ ਵੀ ਗੁਜਰਾਤ ਵਿੱਚ ਆਪਣੀ ਫੌਜ ਤਿਆਰ ਕੀਤੀ ਲੜਨ ਵਾਸਤੇ। ਕਾਰਦਾਰ ਬੇਗਮ ਕਾ ਤਹਾਂ, ਗਹਿਲੀਨਸ ਸ਼ੀਨਸ ਤਨ ਮਹਾਂ। ਉੱਥੇ ਬੇਗਮ ਦਾ ਕਾਰ ਮੁਖਤਾਰ ਸੀ। ਉਹਨੇ ਬੇਗਮ ਨੂੰ ਹੀ ਕੈਦ ਕਰ ਲਿਆ ਤੇ ਸਾਰਾ ਧਨ ਖੋਹ ਲਿਆ ਉਹਦਾ। ਕਹਿ ਕਰ ਅਦਕ ਮਾਰ ਕਰਵਾਈ, ਗਾਡਿਓ ਕਾੜ ਦਿਓ ਅਗਵਾਈ। ਫਿਰ ਉਹਨੂੰ ਕੁੱਟ ਮਾਰ ਕੇ ਕਹਿ ਕੇ ਗੱਡਿਆ ਹੋਇਆ ਧਨ ਜਿਹੜਾ ਸੀ ਦੱਬਿਆ ਹੋਇਆ, ਉਹ ਵੀ ਕੱਢ ਕੇ ਦੇ ਦਿੱਤਾ। ਬੇਤਕਸੀਰ ਜੋ ਆਪਨ ਦੀਵਾਨ, ਤਿਸ ਕੋ ਹਤਿਓ ਪ੍ਰਾਣ ਕਰਹਾਣ। ਮੁਰਾਦ ਬਖਸ਼ ਨੇ ਜਿਹੜਾ ਉਹਦਾ ਬੇਕਸੂਰ ਵਜ਼ੀਰ ਸੀ ਨਾ, ਦੀਵਾਨ ਸੀ, ਦਰਬਾਰੀ ਸੀ, ਉਹਨੂੰ ਵੀ ਮਰਵਾ ਦਿੱਤਾ। ਨਿਜ ਕਬਜੇ ਮੈਂ ਸਭ ਕੁਛ ਕਰਿਓ, ਨਿਕਟ ਨਿਕਟ ਜੋ ਦੇਸ਼ ਨੇ ਹਰੇ ਹੋ। ਨੇੜੇ ਨੇੜੇ ਜਿੰਨੇ ਵੀ ਮੁਰਾਦ ਬਖਸ਼ ਨੇ ਦੇਸ਼ ਤੱਕੇ, ਸਾਰਿਆਂ ਤੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਹੀ ਆਕੀ ਹੋ ਗਏ ਸੀ। ਲੁੱਟ ਸਰਬ ਕੋ ਗਰਦ ਮਿਲਾਇਓ, ਲਸ਼ਕਰ ਲਰਬੇ ਹੇਤ ਬਣਾਇਓ। ਸਾਰਿਆਂ ਨੂੰ ਲੁੱਟ ਕੇ ਮਿੱਟੀ 'ਚ ਮਿਲਾ ਦਿੱਤਾ। ਲੜਾਈ ਦੇ ਵਾਸਤੇ ਫਿਰ ਇੱਕ ਲਸ਼ਕਰ ਤਿਆਰ ਕੀਤਾ ਹੈ। ਤੋਪ ਤੁਪਕ ਬਾਰੂਦ ਸੁਗੋਰੇ, ਤੋਪਾਂ ਬੰਦੂਕਾਂ ਬਾਰੂਦ ਦੇ ਗੋਲੇ। ਸ਼ਸਤਰ ਬੰਦ ਬਹੁਦੀਨ ਸਕੋਰੇ, ਤੇ ਫੌਜ ਨੂੰ ਸ਼ਸਤਰਬੱਧ ਕਰਕੇ ਘੋੜੇ ਵੀ ਦੇ ਦਿੱਤੇ ਨੇ। ਨਿਜ ਸੁਪਟਨ ਬਖਸ਼ੀਸ਼ ਕਰੀ ਹੈ, ਕੰਕਨ ਜਗਾ ਜਰਾਵ ਜਰੀ ਹੈ। ਆਪਣੇ ਸੂਰਮਿਆਂ ਨੂੰ ਬਖਸ਼ਿਸ਼ਾਂ ਕੀਤੀਆਂ, ਕੰਗਣ ਜਗਾ ਤੇ ਜੜਾਊ ਗਹਿਣਿਆਂ ਦੀ ਬਖਸ਼ਿਸ਼ ਕੀਤੀ ਹੈ। ਜਬ ਇਹ ਗਾਡੋ ਪਇਓ ਵਸਾਲ, ਇਮ ਸੁਨ ਕਹਿ ਜੋ ਹੁਤੋ ਬੰਗਾਲ। ਜਦੋਂ ਇਹ ਬੜਾ ਬਲੀ ਹੋ ਗਿਆ ਨਾ, ਫਿਰ ਇਹ ਸੁਣ ਕੇ ਜਿਹੜਾ ਬੰਗਾਲ ਦਾ ਸੂਬੇਦਾਰ ਸੀ, ਕਵੀ ਜੀ ਕਹਿੰਦੇ, ਉਹਨੇ ਵੀ ਫਿਰ ਤਿਸੀ ਰੀਤ ਤਿਸਨੇ ਤੈ ਕੀਨੋ, ਨਿਕਟ ਜੋ ਦੇਸ ਛੀਨ ਕਰ ਲੀਨੋ। ਇਸ ਪ੍ਰਕਾਰ ਫਿਰ ਜਿਹੜਾ ਬੰਗਾਲ ਦਾ ਹਾਕਮ ਜੀ ਨੂੰ ਬਣਾਇਆ ਸੀ ਸੁਜਾ ਮੁਹੰਮਦ ਨੂੰ, ਉਹਨੇ ਵੀ ਇਵੇਂ ਹੀ ਕੀਤਾ। ਉਹਨੇ ਵੀ ਮਾਰ ਧਾੜ ਕਰਨੀ ਸ਼ੁਰੂ ਕਰ ਦਿੱਤੀ। ਤਿਸੀ ਰੀਤ ਤਿਸਨੇ ਤੈ ਕੀਨੋ, ਨਿਕਟ ਜੋ ਦੇਸ਼ ਛੀਨ ਕਰ ਲੀਨੋ। ਨੇੜੇ ਤੇੜੇ ਜਿੰਨਾ ਵੀ ਇਲਾਕਾ ਸੀ ਸਾਰਾ ਨੇ ਖੋਹ ਲਿਆ। ਦਿੱਲੀ ਦੇ ਬਾਦਸ਼ਾਹ ਦਾ ਜਿਹੜਾ ਵੀ ਨੇੜੇ ਤੇੜੇ ਧਨ ਸੀ ਉਹ ਘੇਰਾ ਪਾ ਕੇ ਸਭ ਕੁਝ ਲੁੱਟ ਲਿਆ ਹੈ। ਬੰਦਬਸਤ ਕਰ ਲੈ ਤਨ ਰਾਸ਼ੀ, ਪਟਣੇ ਹੋਏ ਪੁਨ ਆਵਾ ਕਾਸ਼ੀ। ਫਿਰ ਸਾਰਾ ਬੰਦੋਬਸਤ ਕਰਕੇ ਇਹਨਾਂ ਧਨ ਦੀ ਰਾਸ਼ੀ ਲੈ ਕੇ ਪਟਣੇ ਤੋਂ ਹੁੰਦਾ ਹੋਇਆ ਫਿਰ ਕਾਂਸੀ ਵਿੱਚ ਆ ਗਿਆ ਹੈ। ਕਬਜ਼ਾ ਆਪਨ ਕਰਿਓ ਤੈ ਸਾਰੇ, ਆਂ ਜੋ ਮਿਲੇ ਤਿਨੇ ਸਤਕਾਰੇ। ਪਰ ਸਾਰਾ ਕਬਜ਼ਾ ਜਿਹੜਾ ਸੀ ਉੱਥੇ ਕਰ ਲਿਆ ਹੈ।
ਜਿਹੜਾ ਵੀ ਆ ਕੇ ਮਿਲਦਾ ਸੀ ਉਹਦਾ ਸਤਿਕਾਰ ਕਰਦਾ ਸੀ। ਸ਼ਸਤਰ ਸੁਭਟ ਕੋਰਾ ਗਜ ਭਾਰੇ, ਦੇ ਕਰ ਦਰਬ ਸਰਬ ਸ਼ਿੰਗਾਰੇ। ਜਿਹੜੇ ਸ਼ਸਤਰ ਸੂਰਮੇ ਘੋੜੇ ਤੇ ਹਾਥੀ ਸਨ ਨਾ, ਉਹਨਾਂ ਨੇ ਧਨ ਦੇ ਕੇ ਸਾਰਿਆਂ ਨੂੰ ਸ਼ਿੰਗਾਰ ਲਿਆ। ਫਿਰ ਜੋਰ ਸ਼ੋਰ ਆਪਣੋ ਦਿਖਰਾਇਓ, ਕਾਂਸ਼ੀ ਲਗ ਸਭ ਰਾਜ ਦਬਾਇਓ। ਫਿਰ ਕਾਂਸ਼ੀ ਤੱਕ ਸਾਰੇ ਰਾਜ ਤੇ ਕਬਜ਼ਾ ਕਰ ਲਿਆ, ਆਪਣਾ ਜ਼ੋਰ ਸ਼ੋਰ ਬੜਾ ਦਿਖਾਇਆ ਹੈ। ਹਰਖ ਮੁਹੰਮਦ ਸੁਜਾ ਬਿਲੰਦ, ਸੈਨ ਸਕੇਲਨ ਕੀਨਸ ਬ੍ਰਿੰਦ। ਅਪਰ ਦੇਸ਼ ਮੈਂ ਰੌਰਾ ਮਹਾ, ਲੁੱਟੇ ਬਲੀ ਨਿਰਬਲ ਜੈ ਕਹਾਂ। ਇਵੇਂ ਸੁਜਾ ਮੁਹੰਮਦ ਬਹੁਤ ਪ੍ਰਸੰਨ ਹੋਇਆ। ਉਹਨੇ ਬਹੁਤ ਸੈਨਾ ਇਕੱਠੀ ਕਰ ਲਈ। ਸਾਰੇ ਦੇਸ਼ ਵਿੱਚ ਵੱਡਾ ਸਾਰਾ ਰੌਲਾ ਪੈ ਗਿਆ। ਜਿੱਥੇ ਕਿੱਥੇ ਬਲਵਾਨਾਂ ਨੇ ਨਿਰਬਲਾਂ ਨੂੰ ਵੀ ਲੁੱਟ ਲਿਆ। ਉਹ ਨਿਹੱਥੇ ਲੋਕ ਜਿਨ੍ਹਾਂ ਦਾ ਕੋਈ ਮਦਦਗਾਰ ਨਹੀਂ ਸੀ, ਉਹਨਾਂ ਨੂੰ ਖੂਬ ਲੁੱਟਿਆ। ਫਿਰ ਇਹਨਾਂ ਨੇ ਦੋਹਰਾ ਪਰਿਓ ਰੌਰ ਸਭ ਠੌਰ ਮੈਂ, ਮਗੇ ਅਟਕੇ ਚੌਰ। ਨਰ ਨਾਰੀ ਮੈਂ ਤਰਾਸ ਭਾ, ਜਥਾ ਪੁਤਜਲ ਘੋਰ। ਸਾਰੇ ਪਾਸੇ ਰੌਲਾ ਪੈ ਗਿਆ। ਚਾਰੇ ਪਾਸੇ ਜਿਹੜੇ ਰਾਹ ਸੀ ਨਾ ਬੰਦ ਹੋ ਗਏ ਨੇ। ਇਸਤਰੀ ਮਰਦਾਂ ਦੇ ਵਿੱਚ, ਬੱਚਿਆਂ ਵਿੱਚ ਬੜਾ ਡਰ ਜਿਹਾ ਛਾ ਗਿਆ। ਜਿਵੇਂ ਭਿਆਨਕ ਜਲ ਵਿੱਚ ਜਹਾਜ਼ ਘਿਰਿਆ ਹੁੰਦਾ ਹੈ ਨਾ, ਤੂਫਾਨਾਂ ਲਹਿਰਾਂ ਦੇ ਵਿੱਚ, ਫਿਰ ਯਾਤਰੀ ਸਹਿਮ ਜਾਂਦੇ ਨੇ। ਦੁਨੀਆ ਦੇ ਲੋਕ ਐਵੇਂ ਡਰ ਗਏ ਸੀ। ਦਾਰਸ਼ ਕੋ ਸੁਨੀ ਸੁਧ ਸਾਰੀ, ਸ਼ਾਹਜਹਾਂ ਕੇ ਤੀਰ ਉਚਾਰੀ। ਫਿਰ ਦਾਰਾ ਸ਼ੁਕੋ ਜਿਹੜਾ ਬਹੁਤ ਵਿਦਵਾਨ ਸੀ, ਉਹਨੇ ਜਾ ਕੇ ਆਪਣੇ ਪਿਤਾ ਸ਼ਾਹਜਹਾਂ ਨੂੰ ਕਿਹਾ ਹੈ ਕਿ ਦੇਸ਼ ਵਿੱਚ ਬਹੁਤ ਰੌਲਾ ਪੈ ਗਿਆ। ਪਿੰਡਾਂ ਪਿੰਡਾਂ ਦੇ ਲੋਕ, ਨਗਰਾਂ ਦੇ ਲੋਕ ਬੜੇ ਦੁਖੀ ਹੋ ਗਏ ਨੇ। ਮੇਰੇ ਭਰਾ ਕੀ ਹੋ ਗਏ ਨੇ, ਤੁਹਾਡੇ ਪੁੱਤਰ ਆ ਕੀ ਹੋ ਗਏ ਨੇ। ਸਹਿਜਾਦਨ ਬੜ ਧੂਮ ਮਚਾਈ, ਸ਼ਰਕਸ਼ ਹੋਏ ਆਫਾਤ ਉਠਾਈ। ਆਪ ਜੀ ਦੇ ਸ਼ਹਿਜ਼ਾਦਿਆਂ ਨੇ ਕਹਿੰਦੇ ਵੱਡੀ ਧੁੰਮ ਮਚਾ ਦਿੱਤੀ ਹੈ। ਬਹੁਤ ਮਾੜ ਧਾੜ ਕੱਢਦੇ ਆ ਰਹੇ ਨੇ। ਆਕੀ ਹੋ ਗਏ, ਬੜੀ ਉਹ ਆਫਤ ਉਠਾ ਰਹੇ ਨੇ। ਹੁਣ ਕੀ ਕਰੀਏ, ਕੀ ਕਰਨਾ ਚਾਹੀਦਾ ਹੈ ਸਾਨੂੰ। ਨਿਕਸੋ ਵਹਿਰ ਕਰੋ ਕੁਛ ਗਮਨ, ਇਤ ਉਤ ਦੇਖਤ ਹਵੈ ਹੈ ਦਮਨ। ਕਹਿੰਦੇ ਹੁਣ ਆਪਾਂ ਬਾਹਰ ਨਿਕਲੀਏ, ਤੁਸੀਂ ਵੀ ਬਾਹਰ ਆਓ, ਚੱਲੋ ਸਾਡੇ ਨਾਲ। ਫਿਰ ਉਹ ਤੁਹਾਨੂੰ ਵੇਖਣ ਦੇ ਨਾਲ ਦੱਬੇ ਜਾਣਗੇ। ਉਹਨਾਂ ਨੂੰ ਇਉਂ ਲੱਗਦਾ ਹੈ ਕਿ ਤੁਸੀਂ ਇਸ ਦੁਨੀਆ ਤੋਂ ਚਲੇ ਗਏ ਹੋ। ਬਿਮਾਰ ਹੋਣ ਕਰਕੇ ਤੁਸੀਂ ਅੰਦਰ ਹੋ ਗਏ, ਬਾਹਰ ਨਹੀਂ ਨਿਕਲੇ ਘਰ ਤੋਂ, ਜਿਹਦੇ ਕਰਕੇ ਤੁਹਾਡੇ ਸਾਹਿਬਜ਼ਾਦੇ ਆਕੀ ਹੋ ਗਏ ਨੇ। ਇਸ ਕਰਕੇ ਪਿਤਾ ਜੀ ਹੁਣ ਤੁਸੀਂ ਬਾਹਰ ਚੱਲੋ ਅਤੇ ਜਾ ਕੇ ਉਹਨਾਂ ਨੂੰ ਦੱਸੋ, ਫਿਰ ਉਹ ਸਾਰਾ ਕੁਝ ਠੀਕ ਹੋ ਜਾਵੇਗਾ। ਨਾਹੀਂ ਤਾਂ ਲਸ਼ਕਰ ਪਰੇ ਪਠਾਵੇ, ਬੰਦੇ ਜ਼ਾਲਮਨ ਹੱਥੇ ਫੈਲਾਵੇ। ਕਹਿੰਦੇ ਜੇ ਤੁਸੀਂ ਨਹੀਂ ਜਾ ਸਕਦੇ, ਫਿਰ ਆਪਾਂ ਆਪਣੇ ਲਸ਼ਕਰ ਨੂੰ, ਫੌਜ ਨੂੰ ਉੱਧਰ ਭੇਜ ਦਿੰਦੇ। ਉਹ ਇਹਨਾਂ ਜ਼ਾਲਮਾਂ ਨੂੰ ਬੰਨ੍ਹ ਲੈਣਗੇ, ਮਾਰ ਦੇਣਗੇ, ਭਜਾ ਦੇਣਗੇ। ਆਪਾ ਤਾਲ ਸਮੁਦੇ ਨਾ ਹੋਵੇ, ਸੁਖ ਪ੍ਰਕਾਸ਼ ਕੈ ਜਗ ਜੋਵੇ। ਕਹਿੰਦੇ ਤੁਸੀਂ ਵੀ ਸੂਰਜ ਵਾਂਗ ਚੜ੍ਹਦੇ ਨਹੀਂ ਹੋ ਪਿਤਾ ਜੀ, ਭਾਵ ਕੀ ਦਿਖਦੇ ਨਹੀਂ ਹੋ, ਪਰਜਾ ਨੂੰ ਦਰਸ਼ਨ ਨਹੀਂ ਦਿੰਦੇ ਹੋ। ਇਸ ਕਰਕੇ ਫਿਰ ਸੁੱਖ ਦਾ ਪ੍ਰਕਾਸ਼ ਕਿਵੇਂ ਹੋਵੇਗਾ। ਚੋਰ ਉੱਲ ਕੋ ਸ਼ਿਰੰਗਾਲੇ ਅੰਧੇਰਾ, ਦਬ ਕੇ ਦੁਸ਼ਟ ਦੇਖ ਇੱਕ ਬੇਰਾ। ਕਹਿੰਦੇ ਜਿਵੇਂ ਚੋਰ ਹੁੰਦੇ ਆ, ਉੱਲੂ ਹੁੰਦੇ ਆ, ਗਿੱਦੜ ਹੁੰਦੇ ਆ, ਇਹ ਹਨੇਰਾ ਮੰਗਦੇ ਨੇ, ਪਰ ਚਾਨਣ ਹੋਣ 'ਤੇ ਇਹਨਾਂ ਦੀ ਸ਼ਕਤੀ ਘਟ ਜਾਂਦੀ ਆ। ਇਵੇਂ ਜਦੋਂ ਤੁਸੀਂ ਚਾਨਣ ਬਣ ਕੇ, ਪਿਤਾ ਜੀ ਦਾਰਾ ਸ਼ੁਕੋ ਕਹਿੰਦਾ ਸ਼ਾਹਜਹਾਂ ਨੂੰ ਕਿ ਬਾਹਰ ਆਓਗੇ ਨਾ, ਉਦੋਂ ਆਕੀ ਹੋਏ ਜਿੰਨੇ ਵੀ ਰਾਜੇ ਨੇ ਉਹ ਦੱਬੇ ਜਾਣਗੇ। ਸ਼ਾਹਜਹਾਂ ਸੁਣ ਕੇ ਸੁਤ ਬਾਤ, ਪਇਓ ਲਚਾਰ ਮੋਨ ਪਛਤਾਪ। ਸ਼ਾਹਜਹਾਂ ਆਪਣੇ ਪੁੱਤਰ ਦੀ ਗੱਲ ਸੁਣ ਕੇ ਬੜਾ ਲਾਚਾਰ ਜਿਹਾ ਹੋ ਗਿਆ ਹੈ।
ਚੁੱਪ ਰਹਿ ਕੇ ਹੁਣ ਪਛਤਾਉਂਦਾ ਸੀ, ਕਿਉਂਕਿ ਨਾ ਤਨ ਮੈਂ ਰੁਝਿਉ ਰਾਜ ਵਿਨਾਸ਼ੇ, ਦੋਨੋਂ ਕਠਿਨ ਕਰੀ ਗਰ ਪਾਸੇ। ਸਰੀਰ ਉਹਦਾ ਬਿਮਾਰ ਹੋ ਗਿਆ, ਸਰੀਰ ਵੀ ਨਾਸ਼ ਹੋ ਗਿਆ, ਰਾਜ ਦਾ ਵੀ ਨਾਸ਼ ਹੋ ਰਿਹਾ ਹੈ। ਦੋਵੇਂ ਗਲ ਵਿੱਚ ਫਾਈਆਂ ਆ ਕੇ ਪੈ ਗਈਆਂ ਨੇ। ਸਲਤਾ ਸੋਚ ਬਿਖੈ ਮਨ ਬਹਿਊ, ਨੈ ਅਲੰਬ ਥਿਰਤਾ ਕਿਤ ਲੈਹੂ। ਸੋਚਾਂ ਦੀ ਨਦੀ ਵਿੱਚ ਮਨ ਵਹਿ ਗਿਆ ਸ਼ਾਹਜਹਾਂ ਦਾ। ਹੁਣ ਕੋਈ ਆਸਰਾ ਨਹੀਂ ਸੀ ਦਿਖਦਾ, ਜਿੰਨਾ ਆਸਰਾ ਬਣਨਾ ਸੀ ਉਹ ਤਾਂ ਖੁਦ ਆਕੀ ਹੋ ਗਏ। ਪੁੱਤਰ ਇਹਦਾ ਮੁਰੰਗਾ, ਉਹ ਰੰਗ ਜੇਵਾ ਇਹ ਤੋਂ ਆਕੀ ਹੋ ਗਿਆ, ਮੁਰਾਦ ਬਖਸ਼ਾਤੀ ਹੋ ਗਿਆ। ਇਸ ਕਰਕੇ ਸੁਜਾ ਮੁਹੰਮਦ ਆਕੀ ਹੋ ਗਿਆ। ਹੁਣ ਕੋਈ ਆਸਰਾ ਨਹੀਂ ਸੀ ਦਿਖਦਾ, ਇੱਕ ਦਾਰਾ ਹੀ ਦਿਖਦਾ ਸੀ ਸਾਹਮਣੇ, ਦਾਰਾ ਸ਼ਿਕੋ। ਹੁਣ ਕੋਈ ਨਹੀਂ ਸੀ ਨਜ਼ਰ ਆਉਂਦਾ ਹੋਰ। ਸੁਖ ਦੁਖ ਸਦਾ ਰਹਿ ਸਭ ਸਾਥ, ਕਹਾਂ ਰੰਗ ਕੇ ਅਰੇ ਅਵਨੀ ਨਾਥ। ਸੁੱਖ ਦੁੱਖ ਕਹਿੰਦਾ ਸਦਾ ਹੀ ਬੰਦੇ ਦੇ ਨਾਲ ਰਹਿੰਦੇ ਨੇ, ਚਾਹੇ ਕੋਈ ਬਾਦਸ਼ਾਹ ਹੋਵੇ ਚਾਹੇ ਭਿਖਾਰੀ ਹੋਵੇ। ਬਾਦਸ਼ਾਹ ਨੂੰ ਵੀ ਦੁੱਖਾਂ ਵਿੱਚੋਂ ਲੰਘਣਾ ਪੈਂਦਾ ਹੈ। ਗਿਣਤੀ ਠਾਨਤ ਰਾਤ ਬਿਤਾਈ, ਹਟ ਤੇ ਨਿਜ ਤਿਆਰੀ ਕਰਵਾਈ। ਫਿਰ ਗਿਣਤੀਆਂ ਗਿਣਦਿਆਂ ਗਿਣਦਿਆਂ ਸ਼ਾਹਜਹਾਂ ਦੀ ਜਿਹੜੀ ਰਾਤ ਆ ਉਹ ਬੀਤੀ ਆ। ਫਿਰ ਆਪਣੇ ਹੱਠ ਦੇ ਨਾਲ ਆਪਣੀ ਜਿਹੜੀ ਤਿਆਰੀ ਆ ਨਾ ਉਹ ਕਰਵਾਈ ਹੈ ਇਸਨੇ। ਸ਼੍ਰੀ ਜਮਨਾ ਜਲ ਮੈਂ ਕਲ ਤਰਣੀ, ਢਿੱਡ ਸੁੰਦਰ ਚਿਤਰਤ ਗੋ ਵਰਣੀ। ਜਮਨਾ ਨਦੀ ਦੇ ਪਾਣੀ ਵਿੱਚ ਇੱਕ ਬੇੜੀ ਇਹਨੇ ਲਈ ਆ, ਜਿਹੜੀ ਬੜੀ ਮਜ਼ਬੂਤ ਸੀ, ਭਿੰਨ ਭਿੰਨ ਰੰਗਾਂ ਦੀ, ਜਿਸ ਦੇ ਵਿੱਚ ਚਿੱਤਰਕਾਰੀ ਕਵੀ ਜੀ ਕਹਿੰਦੇ ਕੀਤੀ ਹੋਈ ਸੀ। ਤਿਸ ਪਰ ਜਾਏ ਪਰੇ ਅੰਕ ਟਿਕਾਵਾ, ਕਟਾ ਟੋਪ ਉੱਪਰ ਕਰ ਛਾਵਾ। ਉਹ ਫਿਰ ਬੇੜੀ ਵਿੱਚ ਜਾ ਕੇ ਆਪਣਾ ਪਲੰਗ ਟਿਕਾ ਲਿਆ ਤੇ ਬੱਦਲਾਂ ਨੇ ਚਾਰੇ ਪਾਸੇ ਉਮੜ ਕੇ ਫਿਰ ਟੋਪ ਤੁਲ ਆਕਾਰ ਧਾਰ ਕੇ ਛਾਂ ਕਰ ਦਿੱਤੀ ਹੈ। ਸਨੇ ਸਨੇ ਤੈ ਸ਼ੋਰ ਚਲਾਵਾ, ਤੀਰ ਤੀਰ ਵੱਡ ਕਟਕ ਸਿਧਾਵਾ। ਫਿਰ ਬੇੜੀ ਜਿਹੜੀ ਕਸ਼ਤੀ ਸੀ ਹੌਲੀ ਹੌਲੀ ਕਿਨਾਰੇ ਨੂੰ ਛੱਡ ਕੇ ਚੱਲ ਪਈ ਆ, ਤੇ ਸ਼ਾਹਜਹਾਂ ਦੇ ਨਾਲ ਬਹੁਤ ਸਾਰੀ ਫੌਜ ਵੀ ਚੱਲ ਪਈ ਹੈ। ਜਹਾਂ ਅਕਬਰਾਬਾਦ ਸਥਾਨ, ਜਾਏ ਪਹੁੰਚੇ ਕਰਤ ਪਿਆਣ। ਜਿੱਥੇ ਅਕਬਰਾਬਾਦ ਸਥਾਨ ਹੈ ਨਾ, ਚੱਲਦੇ ਚੱਲਦੇ ਹੌਲੀ ਹੌਲੀ ਫਿਰ ਕਸ਼ਤੀ ਵਿੱਚ ਬੈਠ ਕੇ ਉਹ ਜਗ੍ਹਾ ਤੇ ਆ ਕੇ ਪਹੁੰਚੇ ਨੇ। ਕਰਿਓ ਨਿਵੇਸ਼ ਅਸ਼ੇਸ਼ ਸਸੈਨਾ, ਖਾਨ ਪਾਨ ਕਰ ਸੁਪਤੇ ਰਹਿਣਾ। ਸੈਨਾ ਨੇ ਉੱਥੇ ਜਾ ਕੇ ਨਿਵਾਸ ਕੀਤਾ ਹੈ, ਖਾ ਪੀ ਕੇ ਆਰਾਮ ਦੇ ਨਾਲ ਰਾਤ ਨੂੰ ਸੌਂ ਗਏ ਨੇ। ਸਭ ਰਜਪੂਤ ਭੂਪ ਚਲੇ ਆਏ, ਲੱਖੋ ਤੁਜਨੀ ਪੀਕ ਥਾਏ। ਸਾਰੇ ਰਾਜਪੂਤ ਰਾਜੇ ਚੱਲ ਕੇ ਆ ਗਏ ਨੇ, ਲੱਖਾਂ ਦੀ ਗਿਣਤੀ ਵਿੱਚ ਸੈਨਾ ਵੀ ਇੱਕ ਜਗ੍ਹਾ ਇਕੱਠੀ ਹੋਈ ਆ। ਫਿਰ ਇਸ ਕਰਕੇ ਫਿਰ ਵੀ ਲੋਕੀ ਬਾਦਸ਼ਾਹ ਬਾਰੇ ਯਕੀਨ ਨਹੀਂ ਸੀ ਕਰ ਰਹੇ ਕਿ ਉਹ ਸ਼ਾਹਜਹਾਂ ਨੂੰ ਵੇਖ ਨਹੀਂ ਰਹੇ ਹਨ। ਕਰਿਓ ਦਿਖਾਵਾ ਨਭ ਕਾ ਮਾਹੇ, ਮਰਿਓ ਸ਼ਾਹੋ ਜੀਵਤ ਹੋਏ ਨਾਹੇ। ਉਹ ਕਹਿੰਦੇ ਸੀ ਇਹ ਬੇੜੀ ਵਿੱਚ ਕਸ਼ਤੀ ਵਿੱਚ ਜਾਣ ਬੁੱਝ ਕੇ ਉਹਦੀ ਲਾਸ਼ ਲਈ ਫਿਰਦੇ ਆ। ਬਾਦਸ਼ਾਹ ਤਾਂ ਮਰ ਗਿਆ, ਉਹ ਜਿਉਂਦਾ ਨਹੀਂ ਹੋ ਸਕਦਾ। ਦੇਖਾ ਦੇਖੀ ਨਿਪਰਿਓ ਮਰਾਵ, ਤੇਰੇ ਸਾਥ ਸਭ ਤਿਸੀ ਹੀ ਥਾਵ। ਭਾਵ ਕਿ ਇੰਨੀ ਅਫਵਾਹ ਫੈਲ ਗਈ ਸੀ, ਸ਼ਾਹਜਹਾਂ ਬਿਮਾਰ ਸੀ, ਆਪਣੇ ਮਹਿਲਾਂ ਚੋਂ ਬਾਹਰ ਨਾ ਆਇਆ। ਕੁਝ ਲੋਕਾਂ ਨੇ ਅਫਵਾਹ ਉਡਾ ਦਿੱਤੀ ਕਿ ਉਹ ਮਰ ਗਿਆ ਹੈ। ਹੁਣ ਜਦੋਂ ਕਸ਼ਤੀ ਵਿੱਚ ਬੈਠਾ ਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਸ਼ਾਹਜਹਾਂ ਹੈ, ਕਹਿੰਦੇ ਇਹਦੀ ਲਾਸ਼ ਨੂੰ ਲਈ ਫਿਰਦੇ ਨੇ, ਇਹ ਤਾਂ ਮਰ ਚੁੱਕਾ ਹੈ। ਇਸ ਕਰਕੇ ਯਕੀਨ ਨਹੀਂ ਕਰ ਰਹੇ ਉਹਦੇ ਬਾਰੇ। ਕਹਿੰਦੇ ਸੀ ਬੇੜੀ ਵਿੱਚ ਬੈਠ ਕੇ ਵਿਖਾਵਾ ਕਰ ਦਿੱਤਾ, ਬਾਦਸ਼ਾਹ ਮਰ ਗਿਆ, ਮਰਿਆ ਹੋਇਆ ਬੰਦਾ ਜਿਉਂਦਾ ਨਹੀਂ ਹੋ ਸਕਦਾ। ਵੇਖਾ ਵੇਖੀ ਰਾਜੇ ਤੇ ਉਮਰਾਵ ਜਾਣ ਕੇ ਉਹਦੇ ਨਾਲ ਫਿਰਦੇ ਨੇ ਵੀ ਕਿਸੇ ਨੂੰ ਪਤਾ ਨਾ ਲੱਗ ਜੇ, ਉਹਦੀ ਲਾਸ਼ ਨੂੰ ਹੀ ਲਈ ਫਿਰਦੇ ਨੇ। ਇੱਦਾਂ ਸਾਰਿਆਂ ਦੇ ਮਨਾਂ ਵਿੱਚ ਇਹ ਖਿਆਲ ਪੈਦਾ ਹੋ ਗਿਆ ਕਿ ਮਰਿਆ ਹੋਇਆ ਬਾਦਸ਼ਾਹ ਜਿਉਂਦਾ ਨਹੀਂ ਹੋ ਸਕਦਾ। ਬਾਦਸ਼ਾਹ ਜਿਹੜਾ ਟੁੱਟ ਗਿਆ ਸ਼ਾਹਜਹਾਂ 'ਚ ਪੂਰੀ ਤਰ੍ਹਾਂ, ਕਿਉਂਕਿ ਉਹਦੇ ਪੁੱਤਰ, ਉਹਦੇ ਸ਼ਹਿਜ਼ਾਦੇ ਹੀ ਉਹਦੇ ਵਿਰੁੱਧ ਹੋ ਗਏ।
ਉਹਨਾਂ ਨੇ ਦੇਸ਼ ਵਿੱਚ ਫਤੂਰ ਮਚਾਇਆ, ਗੱਦੀ ਲਈ ਬਹੁਤ ਮਾਰ ਧਾੜ ਕੀਤੀ। ਨੌਰੰਗੇ ਨੇ ਆਪਣਾ ਨਾਮ ਬਦਲ ਕੇ ਔਰੰਗਜ਼ੇਬ ਰੱਖ ਲਿਆ। ਤੇ ਉਸ ਤੋਂ ਬਾਅਦ ਮੁਰਾਦ ਬਖਸ਼, ਸੁਜਾ ਮੁਹੰਮਦ ਸਾਰਿਆਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਆਪਣੇ ਪਿਤਾ ਦੇ ਖਿਲਾਫ ਹੀ ਗੱਦੀ ਤੇ ਬੈਠਣ ਵਾਸਤੇ, ਦਿੱਲੀ ਦੇ ਤਖਤ ਤੇ ਬੈਠਣ ਵਾਸਤੇ। ਸੋ ਗੁਰੂ ਪਿਆਰਿਓ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਬਾਦਸ਼ਾਹ ਨੂੰ ਵੀ ਕਹਿਣਾ ਪਿਆ ਸ਼ਾਹਜਹਾਂ ਨੂੰ ਕਿ ਦੁੱਖ ਤੇ ਸੁੱਖ ਚਾਹੇ ਬਾਦਸ਼ਾਹ ਹੋਵੇ, ਚਾਹੇ ਇਸ ਧਰਤੀ ਦਾ ਸਵਾਮੀ ਹੋਵੇ, ਉਹਦੇ ਨਾਲ ਹੀ ਰਹਿੰਦੇ ਨੇ। ਬਾਦਸ਼ਾਹ ਦੇ ਵੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ, ਸਮੱਸਿਆਵਾਂ ਉਹਦੀ ਜ਼ਿੰਦਗੀ 'ਚ ਵੀ ਆਉਂਦੀਆਂ ਨੇ। ਇਹ ਐਸੇ ਕੱਪੜੇ ਨੇ ਜਿਹੜੇ ਪਾਉਣੇ ਹੀ ਪੈਂਦੇ ਨੇ, ਪਹਿਨਣੇ ਹੀ ਪੈਂਦੇ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਅੱਗੇ ਸੁਜਾ ਮੁਹੰਮਦ ਜਿਹੜਾ ਹੈ ਉਹ ਕਿਵੇਂ ਚੜ੍ਹਾਈ ਕਰਕੇ ਆਉਂਦਾ ਹੈ, ਉਹਦੇ ਨਾਲ ਫਿਰ ਕਿਵੇਂ ਮੁਕਾਬਲਾ ਹੁੰਦਾ ਹੈ, ਕਿਵੇਂ ਜੰਗ ਹੁੰਦੀ ਆ ਤਖਤ ਵਾਸਤੇ, ਤੁਰਕਾਂ ਦੀ ਆਪਸ ਦੇ ਵਿੱਚ ਹੀ ਮਾਰ ਧਾੜ ਹੁੰਦੀ ਆ, ਇਹ ਅਗਲੇ ਪ੍ਰਸੰਗ ਵਿੱਚ ਆਵੇਗਾ। ਜਿਵੇਂ ਜਿਵੇਂ ਗੁਰੂ ਮਹਾਰਾਜ ਜੀ ਬੁਲਾਉਣਗੇ ਤਿਵੇਂ ਤਿਵੇਂ ਸਾਂਝ ਪਾਈ ਜਾਵੇਗੀ। ਗੁਰੂ ਮਹਾਰਾਜ ਦੀ ਸ਼ਾਨ ਬੜੀ ਉੱਚੀ ਹੈ, ਸੰਗਤ ਦੀ ਸ਼ਾਨ ਬੜੀ ਨਿਰਾਲੀ ਹੈ। ਬੋਲਦੇ ਆ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸਾਧ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹੀਏ, ਫਤਿਹ ਬੁਲਾਉਣੀ ਕਰੀਏ ਜੀ। ਕਰਿਓ ਦਿਖਾਵਾ ਨਭ ਕਾ ਮਾਹੇ, ਮਰਿਓ ਸ਼ਾਹ ਜੀਵਤ ਹੋਏ ਨਾਹੀਂ। ਦੇਖਾ ਦੇਖੀ ਨ੍ਰਿਪ ਉਮਰਾਵ, ਤੇਰੇ ਸਾਥ ਸਭ ਤਿਸ ਹੀ ਥਾਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।